ਸੋ ਆਓ ਹੁਣ ਜੋ ਇਤਿਹਾਸ ਦੀ ਕਥਾ ਲੜੀਵਾਰ ਚੱਲ ਰਹੀ ਹੈ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ 7ਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਜਲੰਧਰ ਗਏ ਹਨ। ਉੱਥੇ ਦੇ ਸਿੱਖਾਂ ਨੇ, ਬਜ਼ੁਰਗਾਂ ਨੇ ਮਹਾਰਾਜ ਦਾ ਬੜਾ ਸਵਾਗਤ ਕੀਤਾ। ਕਰਤਾਰਪੁਰ ਦੇ ਸਿੱਖ ਗੁਰੂ ਸਾਹਿਬ ਨੂੰ ਮਿਲੇ ਨੇ ਅਤੇ ਗੁਰੂ ਸਾਹਿਬ ਉਹਨਾਂ ਨੂੰ ਪੁੱਛਦੇ ਨੇ ਵੀ ਜਦੋਂ ਸਾਡੇ ਪੜਦਾਦਾ ਜੀ ਗੁਰੂ ਅਰਜਨ ਦੇਵ ਜੀ ਨੇ ਨਗਰ ਵਸਾਇਆ ਸੀ ਉਦੋਂ ਦਾ ਇਤਿਹਾਸ ਸੁਣਾਓ। ਤਾਂ ਉਹ ਸਿੱਖ ਦੱਸਦੇ ਆ ਵੀ ਮਹਾਰਾਜ ਅੰਮ੍ਰਿਤਸਰ ਤੋਂ, ਗੋਇੰਦਵਾਲ ਸਾਹਿਬ ਤੋਂ ਹੋ ਕੇ ਇੱਥੇ ਜਲੰਧਰ ਦੇ ਕੋਲ ਕਰਤਾਰਪੁਰ ਸਾਹਿਬ ਆਏ ਸੀ। ਇੱਥੇ ਮਹਾਰਾਜ ਨੇ ਨਗਰ ਵਸਾਇਆ ਸੀ। 6ਵੇਂ ਪਾਤਸ਼ਾਹ ਨੇ ਇੱਥੇ ਜੰਗ ਲੜਿਆ ਸੀ। ਉਹ ਸਾਰੀ ਕਥਾ ਉਹ ਬਜ਼ੁਰਗ ਬੜੇ ਸੰਖੇਪ ਵਿੱਚ ਗੁਰੂ ਹਰਿਰਾਏ ਸਾਹਿਬ ਨੂੰ ਸੁਣਾ ਰਹੇ ਨੇ। ਆਓ ਆਪਾਂ ਵੀ ਸਰਵਣ ਕਰੀਏ। ਮਨ ਬਿਰਤੀਆਂ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਜੋੜੀਏ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਯਾਦ ਕਰੀਏ ਅਤੇ ਕਥਾ ਦਾ ਆਨੰਦ ਮਾਣੀਏ। ਸਾਰੀ ਸੰਗਤ ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਾਹੋਂ ਦਿਸ਼ ਘੇਰਾ ਤੁਰਕਨ ਕਰਿਓ। ਕਹਿੰਦੇ ਤੁਰਕਾਂ ਨੇ ਚਾਰੇ ਪਾਸੇ ਘੇਰਾ ਪਾ ਲਿਆ ਸੀ 6ਵੇਂ ਪਾਤਸ਼ਾਹ ਦੇ ਸਮੇਂ। ਜਿਹੜਾ ਪੈਂਦੇ ਖਾਨ ਗੁਰੂ ਸਾਹਿਬ ਨੇ ਪਾਲਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਇਹ ਕਰਤਾਰਪੁਰ ਜਲੰਧਰ ਦੇ ਲਾਗੇ ਛੋਟੇ ਮੀਰ ਪਿੰਡ ਦਾ ਰਹਿਣ ਵਾਲਾ ਪਠਾਣਾ ਦਾ ਮੁੰਡਾ ਸੀਗਾ। ਇਹਦਾ ਮਾਮਾ ਕੁਝ ਪਠਾਣਾਂ ਨੂੰ ਲੈ ਕੇ ਗੁਰੂ ਦੀ ਫੌਜ 'ਚ ਭਰਤੀ ਹੋਣ ਵਾਸਤੇ ਆਇਆ। 16 ਸਾਲ ਦਾ ਇਹ ਮੁੰਡਾ ਸੀਗਾ। ਅਜੇ ਦਾੜੀ ਮੂੰਹ 'ਤੇ ਮੁੱਛ ਵੀ ਨਹੀਂ ਸੀ ਫੁੱਟੀ, ਪਰ ਇਹਦਾ ਉਦੋਂ ਹੀ ਕੱਦ 6.5 ਫੁੱਟ ਸੀਗਾ, ਬੜਾ ਜਵਾਨ। ਅਤੇ ਮਹਾਰਾਜ ਨੇ ਆਖਿਆ ਇੱਕ ਬੱਚੇ ਨੂੰ ਅਸੀਂ ਭਰਤੀ ਕਰ ਲਵਾਂਗੇ। ਉਹਨੂੰ ਪਾਲਿਆ ਪੁੱਤਾਂ ਦੀ ਤਰ੍ਹਾਂ, ਖੁਰਾਕ ਬੜੀ ਦਿੱਤੀ ਉਹਨੂੰ। ਐਡਾ ਜਵਾਨ ਬਣਾਇਆ ਵੀ 2 ਝੋਟਿਆਂ ਨੂੰ ਪੜ੍ਹਾ ਕੇ ਸਿੰਘਾਂ ਤੋਂ ਫੜ ਕੇ ਪਿਛਾਂ ਧੱਕ ਦਿੰਦਾ ਸੀ ਅਤੇ ਝੋਟਿਆਂ ਦੀ ਤਾਕਤ ਨਹੀਂ ਸੀ ਪੈਂਦੀ ਵੀ ਦੁਬਾਰਾ ਟੱਕਰ ਮਾਰ ਲੈਣ। ਅਤੇ ਢਾਲ ਨੂੰ ਇੱਦਾਂ ਫੜ ਕੇ ਚੀਰ ਦਿੰਦਾ ਸੀ ਜਿਵੇਂ ਕਾਗਜ਼ ਪਾੜ ਦਈਦਾ। ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਈਏ ਹੱਥ 'ਤੇ ਰੱਖ ਕੇ ਅੰਗੂਠੇ ਨਾਲ ਇੱਦਾਂ ਮਸਲ ਦਿੰਦਾ ਸੀ, ਉੱਤੋਂ ਅੱਖਰ ਮਿਟਾ ਦਿੰਦਾ ਸੀ। ਐਡਾ ਉਹ ਜਵਾਨ ਸੀ ਵੀ ਉਹਨੂੰ ਕਾਬਲ ਤੱਕ ਦੇ ਲੋਕ ਦੇਖਣ ਆਉਂਦੇ ਸੀਗੇ। ਪਰ ਜਦੋਂ ਗੁਰੂ ਸਾਹਿਬ ਤੋਂ ਹੀ ਬੇਮੁਖ ਹੋ ਗਿਆ, ਆਪਣੇ ਗੁਰਦੇਵ ਪਿਤਾ ਤੋਂ ਬੇਮੁਖ ਹੋ ਕੇ ਤੁਰਕਾਂ ਨਾਲ ਰਲ ਗਿਆ। ਤੁਰਕਾਂ ਦੀ ਫੌਜ ਚੜ੍ਹਾ ਕੇ ਲੈ ਆਇਆ। 80,000 ਦੇ ਲਗਭਗ ਫੌਜ ਲਿਆਂਦੀ ਕਰਤਾਰਪੁਰ। ਕਹਿੰਦਾ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਉਂਦੇ ਚੁੱਕ ਕੇ ਲਿਆਵਾਂਗਾ ਘੋੜੇ ਸਮੇਤ, ਅਤੇ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਖਤਮ ਕਰ ਦਿਆਂਗਾ। ਇੱਦਾਂ ਦਾ ਇਰਾਦਾ ਲੈ ਕੇ ਇੰਨੀ ਫੌਜ ਲੈ ਕੇ ਆਇਆ। ਬੜਾ ਭਾਰੀ ਜੰਗ ਹੋਇਆ ਸੀ। ਬੀਚ ਜਾਮਨੀ ਸੰਗਰ ਪਰਿਓ। ਰਾਤ ਵੇਲੇ ਇਹਨਾਂ ਨੇ ਹਮਲਾ ਕੀਤਾ ਚੋਰਾਂ ਦੀ ਤਰ੍ਹਾਂ ਵੀ ਸਿੱਖਾਂ ਨੂੰ ਸੁੱਤੇ ਪਿਆ ਮਾਰ ਦਿਆਂਗੇ। ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਸਿੱਖ ਦਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ 1 ਵਜੇ ਬਾਣੀ ਪੜ੍ਹਦੇ ਆ, ਤਿਆਰ ਬਰ ਤਿਆਰ ਹੋ ਜਾਂਦੇ ਆ। ਸੋ ਸਿੰਘ ਜਿਹੜੇ ਸਨ ਮਹਾਰਾਜ ਦੇ, ਉਹ ਤਿਆਰ ਬਰ ਤਿਆਰ ਸਨ। ਬਾਬਾ ਬਿਧੀ ਚੰਦ ਜੀ, ਭਾਈ ਮੇਰੂ ਜੀ, ਇਸੇ ਤਰ੍ਹਾਂ ਬਾਬਾ ਗੁਰਦਿੱਤਾ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਬੜੇ ਬੜੇ ਸੂਰਬੀਰ ਯੋਧਿਆਂ ਨੇ ਮੁਕਾਬਲਾ ਕੀਤਾ ਸੀ। ਸ਼੍ਰੀ ਹਰਗੋਬਿੰਦ ਬਲੀ ਬਹਾਦਰ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਲ ਭੰਜਨ ਗੁਰ ਸੂਰਮਾ, ਬੜ ਯੋਧਾ ਪਰਉਪਕਾਰੀ। ਬੜੇ ਬਲੀ ਬਹਾਦਰ ਯੋਧੇ ਸਤਿਗੁਰੂ ਜੀ। ਦੇਖੇ ਛਤਰ ਆਏ ਬੇਹਾਦਰ। ਜਦੋਂ ਮਹਾਰਾਜ 6ਵੇਂ ਪਾਤਸ਼ਾਹ ਨੇ ਵੇਖਿਆ ਵੀ ਤੁਰਕਾਂ ਦੀ 80,000 ਫੌਜ ਪੈਂਦੇ ਖਾਂ ਕਾਲੇ ਖਾਂ ਲੈ ਕੇ ਆ ਗਏ ਨੇ, ਦਾਰਨ ਜੰਗ ਮਚਿਓ ਇਕਸਾਰ। ਬੜਾ ਭਿਆਨਕ ਜੰਗ ਮਚਿਆ ਸੀਗਾ। ਕਰਤਾਰਪੁਰ ਦੀ ਧਰਤੀ 'ਤੇ ਉਹ ਲੜਾਈ ਹੋਈ ਸੀ ਖੂਨ ਡੋਲਵੀਂ। ਗੁਰੂ ਸਾਹਿਬ ਕੋਲ ਕੇਵਲ 1800 ਸਿੱਖ ਸਨ, ਦੂਜੇ ਪਾਸੇ 78,000 ਤੁਰਕਾਂ ਦੀ ਫੌਜ ਸੀ। ਬਹੁਤ ਹੀ ਭਿਅੰਕਰ ਯੁੱਧ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਹੋਇਆ ਸੀ। ਚੱਲੈ ਤੇਗ ਤੋਮਰ ਤਲਵਾਰ। ਤੇਗਾਂ, ਤਲਵਾਰਾਂ, ਬਰਛੇ, ਤੀਰਾਂ ਦਾ ਮੀਂਹ ਵਸਿਆ ਸੀ। ਲੋਹੇ 'ਤੇ ਲੋਹਾ ਖੜਕਿਆ ਸੀ। ਬੜਾ ਘਮਸਾਣ ਦਾ ਯੁੱਧ 1634 ਦੇ ਵਿੱਚ ਕਰਤਾਰਪੁਰ ਦੀ ਧਰਤੀ 'ਤੇ ਹੋਇਆ ਸੀ। ਤਬ ਸਤਿਗੁਰ ਜੀ ਚੜ੍ਹੇ ਤੁਰੰਗ। ਜਦੋਂ ਜੰਗ ਮਹਾਰਾਜ ਨੇ ਵੇਖਿਆ ਵੀ ਬਹੁਤ ਜ਼ਿਆਦਾ ਭਖ ਗਿਆ ਹੈ, ਦੁਸ਼ਮਣ ਹੱਲੇ 'ਤੇ ਹੱਲਾ ਕਰ ਰਹੇ ਨੇ, ਗੁਰੂ ਹਰਗੋਬਿੰਦ ਸਾਹਿਬ ਆਪ ਘੋੜੇ 'ਤੇ ਸਵਾਰ ਹੋ ਗਏ ਅਤੇ ਆਪਣੀ ਫੌਜ ਦੀ ਕਮਾਨ ਸੰਭਾਲ ਲਈ। ਭਰ ਕਰ ਖਪਰੇ ਬ੍ਰਿੰਦ ਨਿਖੰਗ। ਮਹਾਰਾਜ ਨੇ ਬੜੇ ਬੜੇ ਤਿੱਖੇ ਤੀਰ ਆਪਣੇ ਭੱਥੇ 'ਚ ਭਰ ਲਏ ਅਤੇ ਕੰਨਾਂ ਦਾ ਹੀ ਖਿੱਚ ਕੇ 6ਵੇਂ ਪਾਤਸ਼ਾਹ ਜਦ ਤੀਰ ਮਾਰਦੇ ਸੀ ਨਾ,
ਇੱਕ ਇੱਕ ਤੀਰ ਦਸਾਂ ਦਸਾਂ ਚੋਂ ਪਾਰ ਲੰਘ ਜਾਂਦਾ ਸੀ। ਅਲਪ ਚਮੂਹੀ ਹੋਥੀ ਸਾਤ। ਮਹਾਰਾਜ ਕੋਲ ਫੌਜ ਥੋੜੀ ਸੀ, 1800 ਸਿੱਖ ਸਨ ਸਾਰੇ। ਦੂਜੇ ਪਾਸੇ 80,000 ਦੇ ਨੇੜੇ ਫੌਜ ਤੁਰਕਾਂ ਦੀ ਸੀ। ਜੇ ਆਪਾਂ 80,000 ਦੇ ਸਾਹਮਣੇ 1800 ਬੰਦਿਆਂ ਨੂੰ ਤੋਲੀਏ ਤੇ ਆਟੇ 'ਚ ਲੂਣ ਵੀ ਉਨੀ ਵੀ ਨਹੀਂ ਰਹਿੰਦੀ ਗੱਲ। ਇੱਕ ਪਾਸੇ ਤਾਂ 1800, ਇੱਕ ਪਾਸੇ 78,000। ਐਡੀ ਵੱਡੀ ਇਹ ਫੌਜ ਚੜ੍ਹ ਕੇ ਆਈ ਸੀ, ਪੈਂਦੇ ਖਾਂ ਲੈ ਕੇ ਆਇਆ ਸੀ। ਹਨੇ ਤੁਰਕ ਦਿਖਰਾਏ ਹਾਥ। ਪਰ ਮਹਾਰਾਜ ਦੀ ਕਿਰਪਾ ਰਹੀ, 6ਵੇਂ ਪਾਤਸ਼ਾਹ ਦੀ। ਇਹੋ ਜਿਹੇ ਸਿੱਖਾਂ ਨੇ ਹੱਥ ਵਿਖਾਏ, ਇਹੋ ਜਿਹੇ ਤਰੀਕੇ ਨਾਲ ਲੜਾਈ ਕੀਤੀ ਵੀ ਵੈਰੀਆਂ ਦੇ ਆਹੂ ਲਾ ਛੱਡੇ। ਢੇਰਾਂ ਦੇ ਢੇਰ ਲਾਸ਼ਾਂ ਦੇ ਤੁਰਕਾਂ ਦੇ ਪਏ ਸਨ। ਸੰਗਰ ਮਹਿ ਜੋਧਾ ਅਰ ਘੋਰਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ। ਸੰਗਰ ਮੈਂ ਜੰਗ ਦੇ ਮੈਦਾਨ ਵਿੱਚ ਸੂਰਮੇ ਤੇ ਯੋਧੇ ਲੜ ਰਹੇ ਹਨ। ਮਰ ਕਰ ਕੋਟ ਭਇਓ ਚਹੂ ਔਰਾ। ਕਹਿੰਦੇ ਲਾਸ਼ਾਂ ਦੇ ਢੇਰ ਲੱਗ ਗਏ, ਕਿਲੇ ਉਸਰ ਗਏ। ਭਾਵ ਢੇਰਾਂ ਦੇ ਢੇਰ ਲਾਸ਼ਾਂ ਹੀ ਲਾਸ਼ਾਂ ਸਨ ਆਲੇ ਦੁਆਲੇ ਸ੍ਰੀ ਕਰਤਾਰਪੁਰ ਸਾਹਿਬ ਦੇ। ਚਲਿਓ ਨਾ ਜਾਏ ਕਿਸੂ ਦਿਸ਼ ਮਾਹੀ। ਘੋੜੇ ਮਰੇ ਪਏ ਸਨ, ਹਾਥੀ ਮਰੇ ਪਏ ਸਨ, ਊਂਠ ਮਰੇ ਪਏ ਸਨ, ਨਗਾਰੇ ਮੂਧੇ ਪਏ ਸਨ, ਜਵਾਨ ਮਰੇ ਪਏ ਸਨ। ਪੈਰ ਧਰ ਕੇ ਅੱਗੇ ਪੁੱਟਣ ਨੂੰ ਥਾਂ ਨਹੀਂ ਸੀ ਹੁੰਦੀ। ਥਾਂ ਥਾਂ 'ਤੇ ਲਾਸ਼ਾਂ ਹੀ ਲਾਸ਼ਾਂ ਕਰਤਾਰਪੁਰ ਦੇ ਆਲੇ ਦੁਆਲੇ ਹੋ ਗਈਆਂ ਸਨ। ਏਤਕ ਮ੍ਰਿਤਕ ਭਏ ਇਸ ਜਾਹੀ। ਪਿੰਡ ਵਾਲੇ ਗੁਰੂ ਹਰਾਏ ਸਾਹਿਬ ਨੂੰ ਦੱਸ ਰਹੇ ਨੇ ਕਿ ਗੁਰੂ ਜੀ, ਅਸੀਂ ਆਪ ਅੱਖੀਂ ਵੇਖਿਆ ਸੀਨ। 6ਵੇਂ ਪਾਤਸ਼ਾਹ ਮਹਾਰਾਜ ਨੇ ਸਾਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਸਾਰੇ ਪਿੰਡ ਦੀ ਸੇਫਟੀ ਕੀਤੀ ਸੀ ਕਰਤਾਰਪੁਰ ਦੀ। ਪਰ ਤੁਰਕਾਂ ਦੇ ਬੜੇ ਆਹੂ ਲਾਏ ਸਨ। ਲਾਸ਼ਾਂ ਦੇ ਢੇਰਾਂ ਦੇ ਢੇਰ ਚੜ੍ਹ ਗਏ ਸਨ ਸਾਰੇ ਪਾਸੇ ਹੀ। ਪੁਰਕੋ ਤਾਤੀ ਵਾਹ ਨ ਲਾਗੀ। ਪਰ ਮਹਾਰਾਜ ਨੇ ਨਗਰ ਨੂੰ, ਸ੍ਰੀ ਕਰਤਾਰਪੁਰ ਸਾਹਿਬ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਬਚੀ ਚਮੂ ਕੁਛ ਰਣ ਤਜ ਭਾਗੀ। ਜਿਹੜੀ ਥੋੜੀ ਬਾਲੀ ਤੁਰਕਾਂ ਦੀ ਫੌਜ ਬਚੀ ਸੀ, ਉਹ ਵੀ ਜੁੱਤੀਆਂ ਛੱਡ ਕੇ ਭੱਜ ਗਏ ਮੈਦਾਨ 'ਚੋਂ, ਆਪਣੀਆਂ ਜਾਨਾਂ ਲੈ ਕੇ ਦੌੜ ਗਏ। ਚੜੀ ਆਏ ਉਤਰ ਆਏ ਸੋ ਗਇਓ। ਜਿਹੜਾ ਗੁਰੂ ਅਰਜਨ ਦੇਵ ਜੀ ਨੇ ਇਸ ਨਗਰ 'ਚ ਬਚਨ ਕਿਹਾ ਸੀ ਨਾ, ਵੀ ਜਿਹੜੀ ਤੁਰਕਾਂ ਦੀ ਜਾਂ ਕਿਸੇ ਦੀ ਵੀ ਫੌਜ ਚੜੀ ਕਮਾਨ ਆਵੇਗੀ ਉਤਰੀ ਜਾਵੇਗੀ, ਉਹ ਬਚਨ ਗੁਰੂ ਅਰਜਨ ਦੇਵ ਦਾ 6ਵੇਂ ਪਾਤਸ਼ਾਹ ਦੇ ਸਮੇਂ ਅਸੀਂ ਪੂਰਾ ਹੁੰਦਾ ਵੇਖਿਆ ਆਪਣੀਆਂ ਅੱਖਾਂ ਦੇ ਨਾਲ। ਕੰਨਾਂ ਨਾਲ ਉਹ ਬਚਨ ਸੁਣਿਆ ਸੀ। ਜਦੋਂ 5ਵੇਂ ਪਾਤਸ਼ਾਹ ਜੀ ਨੇ ਕਰਤਾਰਪੁਰ ਦੀ ਨੀਂਹ ਰੱਖੀ ਨਾ, ਮਿਸਤਰੀ ਨੂੰ ਕਿਹਾ ਵੀ ਨੀਂਹ ਪੱਟ। ਉਹ ਜਿਹੜਾ ਬੇਲਦਾਰ ਸੀ ਨਾ, ਉਹ ਬੇਲਚੇ ਨਾਲ ਵਿਚਾਰਾ ਜਦੋਂ ਕਹੀ ਮਾਰੀ, ਉਹਨੇ ਪੱਟਣ ਲੱਗਾ, ਉਹਦੀ ਪੱਗ ਡਿੱਗ ਪਈ। ਪਿੰਡ ਵਾਲਿਆਂ ਨੇ ਵਹਿਮ ਕੀਤਾ ਵੀ ਪਹਿਲੇ ਦਿਨ ਹੀ ਬਦ ਸਗਨੀ ਹੋ ਗਈ ਹੈ, ਪੱਗ ਘਿਰ ਗਈ ਹੈ। ਮਹਾਰਾਜ ਕਹਿੰਦੇ ਭਾਈ ਇਹ ਮਾੜਾ ਨਾ ਮੰਨੋ, ਇਹ ਪਰਮੇਸ਼ਰ ਇਸ਼ਾਰਾ ਦੇ ਰਿਹਾ ਵੀ ਜਿਹੜਾ ਚੜ੍ਹੀ ਕਮਾਨ ਆਵੇਗਾ ਉਤਰੀ ਜਾਵੇਗਾ, ਇਸ ਨਗਰ ਦੀ ਚੜ੍ਹਦੀ ਕਲਾ ਰਹੇਗੀ। ਸੋ ਉਹ ਬਚਨ ਉਦੋਂ ਪੂਰਾ ਹੋਇਆ ਜਦੋਂ ਪੈਂਦੇ ਖਾਂ ਫੌਜਾਂ ਲੈ ਕੇ ਆਇਆ। 6ਵੇਂ ਪਾਤਸ਼ਾਹ ਨੇ ਮਾਰ ਮਾਰ ਕੇ ਭਜਾਤੀਆਂ ਸਾਰੀਆਂ ਫੌਜਾਂ। ਚੜ੍ਹੀ ਕਮਾਨ ਆਏ ਸਨ ਪਰ ਉਤਰੀ ਲੈ ਕੇ ਚਲੇ ਗਏ। ਸ਼੍ਰੀ ਗੁਰ ਬਾਕਸ ਪੂਰਨ ਭਇਓ। ਗੁਰੂ ਅਰਜਨ ਦੇਵ ਜੀ ਦਾ ਬਚਨ 6ਵੇਂ ਪਾਤਸ਼ਾਹ ਦੇ ਸਮੇਂ ਪੂਰਾ ਹੋਇਆ, ਅਸੀਂ ਆਪ ਦੇਖਿਆ ਹੈ। ਸ਼੍ਰੀ ਅਰਜਨ ਕੋ ਸੁਨੋ ਪ੍ਰਸੰਗ। ਇਹ ਗੱਲ ਪਿੰਡ ਕਰਤਾਰਪੁਰ ਦੇ ਬੁੱਢੇ ਬਜ਼ੁਰਗ 7ਵੇਂ ਪਾਤਸ਼ਾਹ ਨੂੰ ਦੱਸ ਰਹੇ ਨੇ, ਕਿਉਂਕਿ ਗੁਰੂ ਹਰਾਏ ਸਾਹਿਬ ਜੀ ਦਾ ਤੇ ਗੁਰੂ ਅਰਜਨ ਦੇਵ ਜੀ ਦੇ ਕਰਤਾਰਪੁਰ ਵਸਾਉਣ ਦਾ ਜਿਹੜਾ ਟਾਈਮ ਪੀਰੀਅਡ ਆ, ਘੱਟੋ ਘੱਟ 60 ਸਾਲ ਦਾ ਫਰਕ ਪੈ ਗਿਆ। 60 ਸਾਲ ਪੁਰਾਣੀ ਗੱਲ ਬਜ਼ੁਰਗ ਸੁਣਾ ਰਹੇ ਨੇ ਜਿਹੜੇ ਉਸ ਵੇਲੇ ਉੱਥੇ ਹਾਜ਼ਰ ਸਨ। ਉਹ ਕਹਿੰਦੇ ਗੁਰੂ ਜੀ, ਜਦੋਂ ਇੱਥੇ ਤੁਹਾਡੇ ਪੜਦਾਦਾ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਆਏ ਸਨ, ਨਿਜ ਹਿਤ ਜਿਮ ਕਰ ਕਰੇ ਉਤੰਗ। ਉਹਨਾਂ ਨੇ ਇੱਥੇ ਬੜੇ ਸੋਹਣੇ ਘਰ ਬਣਾਏ ਸਨ, ਹਵੇਲੀ ਤਿਆਰ ਕੀਤੀ ਸੀ ਅਤੇ ਗੁਰਦੁਆਰਾ ਬਣਾਇਆ ਸੀ। ਇੱਥੇ ਮਹਾਰਾਜ ਨੇ ਕੀਰਤਨ ਕਥਾ ਦੇ ਪ੍ਰਵਾਹ ਚਲਾਏ ਸਨ। ਲਗੇ ਬਸਾਵਨ ਪੁਰ ਕਰਤਾਰੰਗ। ਗੁਰੂ ਸਾਹਿਬ ਦੁਆਬੇ ਦੇਸ਼ ਵਿੱਚ ਪ੍ਰਚਾਰ ਕਰਨ ਲਈ, ਕਿਉਂਕਿ ਮਾਝੇ ਵਿੱਚ ਤਾਂ ਅੰਮ੍ਰਿਤਸਰ ਤੇ ਤਰਨ ਤਾਰਨ ਤੇ ਗੋਇੰਦਵਾਲ ਤੇ ਖਡੂਰ ਸਾਹਿਬ ਬੜੇ ਸਿੱਖੀ ਦੇ ਕੇਂਦਰ ਸਨ। ਦੁਆਬੇ ਵਿੱਚ ਕੋਈ ਹੈ ਨਹੀਂ ਸੀਗਾ। ਦੁਆਬੇ ਦੇਸ਼ ਵਿੱਚ ਮਹਾਰਾਜ ਨੇ ਕਰਤਾਰਪੁਰ ਨਗਰ ਇਸ ਕਰਕੇ ਵਸਾਇਆ ਸੀ ਵੀ ਜਿਹੜੇ ਦੁਆਬੇ ਦੇ ਲੋਕ ਹਨ ਇਹਨਾਂ ਨੂੰ ਵੀ ਸਿੱਖੀ ਨਾਲ ਜੋੜਿਆ ਜਾਵੇ, ਇੱਥੇ ਵੀ ਗੁਰਬਾਣੀ ਦਾ ਪ੍ਰਚਾਰ ਹੋਵੇ। ਮਹਾਰਾਜ ਕਰਤਾਰਪੁਰ ਨਗਰ ਵਸਾਉਣ ਲੱਗੇ ਜਲੰਧਰ ਦੇ ਕੋਲ। ਆਪਨ ਬਾਸ ਹਿਤ ਸੁਥਲ ਨਿਹਾਰੰ। ਤੇ ਸਾਫ ਸੁਥਰੀ ਜਗ੍ਹਾ ਵੇਖ ਕੇ ਮਹਾਰਾਜ ਨੇ ਲੋਕਾਂ ਨੂੰ ਕਿਹਾ ਇੱਥੇ ਘਰ ਬਣਾਓ।
ਬਾਜ਼ਾਰ ਬਣਾਏ, ਆਪਣੇ ਰਹਿਣ ਵਾਸਤੇ ਵੀ ਆਪਣਾ ਘਰ ਇੱਥੇ ਬਣਾਉਣ ਲੱਗੇ ਹਨ। ਰਚਹੁ ਸਦਨ ਕੋ ਆਇਸ ਦੀਨ। ਗੁਰੂ ਅਰਜਨ ਦੇਵ ਜੀ ਨੇ ਆਗਿਆ ਦਿੱਤੀ ਵੀ ਇੱਥੇ ਘਰ ਬਣਾਓ, ਆਪੋ ਆਪਣੇ ਭਾਈ ਸਿੱਖੋ, ਦੁਕਾਨਾਂ ਬਣਾਓ, ਪਿੰਡ ਵਸਾਓ, ਕਾਰੋਬਾਰ ਚਲਾਓ, ਕੋਈ ਖੇਤੀ ਕਰੇ, ਕੋਈ ਲੁਹਾਰਾ ਕੰਮ ਕਰੇ, ਕੋਈ ਤਰਖਾਣਾ ਕਰੇ, ਕੋਈ ਆਪੋ ਆਪਣਾ ਜਿਹੜਾ ਜਾਤੀ ਕਰਮ ਹੈ ਉਹ ਸਾਰੇ ਲੋਕ ਕਰਨ ਲੱਗ ਪਏ ਸਨ। ਤੁਰਤ ਮਸੰਦਨ ਉਦਮ ਕੀਨ। ਤੇ ਮਸੰਦਾਂ ਨੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਉਦਮ ਕੀਤਾ, ਜਿਹੜੀ ਜਿਹੜੀ ਚੀਜ਼ ਚਾਹੀਦੀ ਸੀ ਕਿਤੋਂ ਉਹ ਮੰਗਵਾ ਲਈ। ਕੋਈ ਜਲੰਧਰ ਤੋਂ ਸਮਾਨ ਆ ਗਿਆ, ਕੋਈ ਹੁਸ਼ਿਆਰਪੁਰ ਤੋਂ, ਕੋਈ ਲਾਹੌਰ ਤੋਂ, ਜਿੱਦਾਂ ਜਿੱਦਾਂ ਦੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਪਿੰਡ ਵਸਾਉਣ ਵਾਸਤੇ। ਕਰਤਾਰਪੁਰ ਨਗਰ ਜਲੰਧਰ ਦੇ ਇਲਾਕੇ ਵਿੱਚ ਮਹਾਰਾਜ ਨੇ ਸਾਰਾ ਬੰਦੋਬਸਤ ਕਰਕੇ ਸਿੱਖਾਂ ਨੂੰ ਦਿੱਤਾ ਹੈ। ਕਾਰੀਗਰ ਬੁਲਾਏ ਲਗਵਾਏ। ਕਾਰੀਗਰਾਂ ਨੂੰ ਬੁਲਾ ਕੇ ਇਸ ਕੰਮ ਤੇ ਲਾਇਆ ਹੈ ਵੀ ਤੁਸੀਂ ਮਿਸਤਰੀਓ ਚੰਗੇ ਵਧੀਆ ਮਕਾਨ ਬਣਾਓ, ਦੀਰਘ ਰਚਹੁ ਗੁਰੂ ਫਰਮਾਏ। ਵੱਡੇ ਵੱਡੇ ਘਰ ਖੁੱਲ੍ਹੇ ਬਣਾਓ, ਗੁਰਦੁਆਰਾ ਵੀ ਬਣਾਉਣਾ ਜਿੱਥੇ ਬਹਿ ਕੇ ਕੀਰਤਨ ਹੋਇਆ ਕਰੇਗਾ, ਕਥਾ ਹੋਇਆ ਕਰੇਗੀ, ਲੰਗਰ ਵੀ ਜਿੱਥੇ ਸੰਗਤਾਂ ਬਹਿ ਕੇ ਛਕਿਆ ਕਰਨਗੀਆਂ, ਲੰਗਰ ਹਾਲ ਵੀ ਬਣਾਉਣਾ ਹੈ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਸ੍ਰੀ ਕਰਤਾਰਪੁਰ ਜਲੰਧਰ ਦੇ ਵਿੱਚ ਬੜੀ ਸੋਹਣੀ ਉਸਾਰੀ ਸ਼ੁਰੂ ਕਰਵਾਈ ਹੈ। ਘਰ ਕ੍ਰਿਤ ਅਰ ਮਸੰਦ ਮਿਲ ਕੈ ਸਭ। ਕਹਿੰਦੇ ਮਸੰਦਾਂ ਨੇ ਅਤੇ ਸੇਵਾਦਾਰਾਂ ਨੇ, ਸਿੱਖਾਂ ਨੇ ਰਲ ਕੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ। ਪਲਾਟ ਮਹਾਰਾਜ ਨੇ ਦੇਤੇ ਸਾਰਿਆਂ ਨੂੰ, ਆਪੋ ਆਪਣੀ ਜ਼ਮੀਨ ਵੀ ਇੰਨੇ ਜਗ੍ਹਾ 'ਤੇ ਘਰ ਬਣਾ ਲਓ। ਅਤੇ ਆਪੋ ਆਪਣੇ ਘਰ ਜਿਹੜੇ ਲੋਕਾਂ ਨੇ ਬਣਾਉਣੇ ਸ਼ੁਰੂ ਕਰ ਦਿੱਤੇ, ਗਲੀਆਂ ਬਾਜ਼ਾਰ ਬਣ ਗਏ। ਹਾਥ ਜੋੜ ਕਰ ਅਰਜ਼ ਕਰੀ ਤਬ। ਤਾਂ ਮਿਸਤਰੀਆਂ ਨੇ, ਕਾਰੀਗਰਾਂ ਨੇ ਗੁਰੂ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਹੇ ਪ੍ਰਭ ਦੁਆਬੇ ਦੇਸ਼ ਮਝਾਰ। ਇਹ ਗੁਰੂ ਜੀ ਜਿਹੜਾ ਦੁਆਬਾ ਦੇਸ਼ ਹੈ, ਸਾਧ ਸੰਗਤ ਜੀ, ਲੁਧਿਆਣੇ ਕੋਲ ਦਰਿਆ ਸਤਲੁਜ ਟੱਪ ਜਾਓ, ਦੁਆਬਾ ਸ਼ੁਰੂ ਹੋ ਜਾਂਦਾ। ਬਿਆਸਾ ਤੱਕ ਇਹ ਦੋ ਆਬਾ ਦਾ ਮਤਲਬ ਜਿੱਥੇ ਦੋ ਦਰਿਆ ਵਗਦੇ ਹਨ, ਦੋ ਦਰਿਆਵਾਂ ਦੇ ਵਿਚਕਾਰਲੀ ਧਰਤੀ ਹੈ। ਸਤਲੁਜ ਅਤੇ ਬਿਆਸਾ ਦਾ ਵਿਚਕਾਰਲਾ ਇਲਾਕਾ। ਅੱਜ ਕੱਲ੍ਹ ਕਹਿ ਲਓ ਵੀ ਨਵਾਂ ਸ਼ਹਿਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਇਹ ਜਿਹੜੇ ਜ਼ਿਲ੍ਹੇ ਹਨ ਇਹਨਾਂ ਨੂੰ ਦੁਆਬਾ ਕਹਿੰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੁਆਬੇ ਦੇਸ਼ ਦੇ ਵਿੱਚ ਦੀਰਘ ਮੋਟ ਨ ਪ੍ਰਾਪਤ ਦਾਰ। ਲੰਮੀ ਤੇ ਮੋਟੀ ਲੱਕੜੀ ਦੀ ਪੋਰੀ ਨਹੀਂ ਮਿਲਦੀ। ਯਾਨੀ ਕਿ ਜੇ ਅੱਜ ਕੱਲ੍ਹ ਦਾ ਲੈਂਟਰ ਪੈਂਦੇ ਆ ਨਾ ਗੁਰਦੁਆਰਿਆਂ 'ਤੇ ਸਰੀਏ ਨਾਲ, ਪਹਿਲਾਂ ਵੱਡੇ ਵੱਡੇ ਸ਼ਤੀਰ ਚਾਹੀਦੇ ਹੁੰਦੇ ਸੀ। ਸ਼ਤੀਰ ਦੇ ਉੱਤੇ ਬਾਲੇ ਕੜੀਆਂ ਪਾ ਕੇ ਤੇ ਫਿਰ ਗੁਰਦੁਆਰੇ ਬਣਦੇ ਸੀ, ਲੰਗਰ ਹਾਲ ਬਣਦੇ ਸੀ। ਗੁਰੂ ਜੀ ਦੁਆਬੇ ਦੇਸ਼ ਦੇ ਵਿੱਚ ਜੇ ਉੱਪਰ ਛੱਤ ਵਿੱਚ ਸ਼ਤੀਰ ਪਾਉਣਾ ਹੋਵੇ ਤਾਂ ਮੋਟੀ ਤਗੜੀ ਮਜ਼ਬੂਤ ਲੱਕੜੀ ਦਾ ਸ਼ਤੀਰ ਚਾਹੀਦਾ, ਉਹ ਘੱਟ ਮਿਲਦੇ ਹਨ। ਬਿਨਾ ਦਾਰ ਤੇ ਸਦਨ ਦਰਾਜ਼। ਤੇ ਮਹਾਰਾਜ ਬਿਨਾਂ ਲੱਕੜੀ ਦੇ, ਬਿਨਾਂ ਸ਼ਤੀਰਾਂ ਦੇ ਵੱਡੇ ਘਰ ਕਿਵੇਂ ਬਣਾਈਏ? ਹੁਣ ਤਾਂ ਭਾਵੇਂ ਤੁਸੀਂ ਸਾਧ ਸੰਗਤ ਜੀ 500 ਫੁੱਟ ਲੰਮਾ ਹਾਲ ਬਣਾ ਲਓ, ਸਿਸਟਮ ਹੋਰ ਹੋ ਗਏ ਨੇ। ਪਹਿਲਾਂ ਇੱਦਾਂ ਹੁੰਦਾ ਸੀ, ਕੌਲੇ ਲਾ ਕੇ ਉੱਤੇ ਸ਼ਤੀਰਾਂ ਧਰ ਕੇ, ਫਿਰ ਸ਼ਤੀਰਾਂ ਦੇ ਉੱਤੇ ਫਿਰ ਸ਼ਤੀਰਾਂ ਲਾਣੀਆਂ, ਉਹਦੇ ਉੱਤੇ ਫਿਰ ਬਾਲੇ ਰੱਖਣੇ। ਜੇ ਐਡਾ ਕੁ ਗੁਰਦੁਆਰਾ ਬਣਾਉਣਾ ਹੁੰਦਾ ਸੀ, ਪਤਾ ਨਹੀਂ ਕਿੰਨੀਆਂ ਕੁ ਸ਼ਤੀਰਾਂ ਦੇ ਕਿੰਨੇ ਕੁ ਬਾਲੇ ਚਾਹੀਦੇ ਹੁੰਦੇ ਸੀ, ਅਤੇ ਥੱਲੇ ਪਿੱਲਰ ਵੀ ਬੜੇ ਖੜੇ ਕਰਨੇ ਪੈਂਦੇ, ਕੌਲੇ ਕਹਿੰਦੇ ਸੀ ਉਹਨਾਂ ਨੂੰ। ਅਤੇ ਮਹਾਰਾਜ ਜੀ ਵੀ ਇੱਥੇ ਦੁਆਬੇ ਦੇਸ਼ ਦੇ ਵਿੱਚ ਜਲੰਧਰ ਦੇ ਇਲਾਕੇ ਵਿੱਚ ਲੰਮੀ ਲੱਕੜੀ ਚਾਹੀਦੀ ਹੈ, ਉਹ ਮਿਲਦੀ ਕੋਈ ਨਹੀਂ। ਬਨਤ ਨਹੀਂ ਕਿਮ ਸਭਾ ਸਮਾਜ। ਜਿੰਨਾ ਚਿਰ ਲੱਕੜੀ ਸ਼ਤੀਰਾਂ ਵੱਡੀਆਂ ਨਹੀਂ ਮਿਲਦੀਆਂ, ਉਹਨਾਂ ਚਿਰ ਮਹਾਰਾਜ ਤੁਹਾਡਾ ਗੁਰਦੁਆਰਾ ਕਿਵੇਂ ਬਣ ਸਕਦਾ? ਉਹ ਵੱਡਾ ਹਾਲ ਬਣਾਉਣਾ ਹੋਵੇ ਤੇ ਵੱਡੇ ਸ਼ਤੀਰ ਚਾਹੀਦੇ ਆ, ਵੱਡੇ ਬਾਲੇ ਚਾਹੀਦੇ ਆ, ਕੜੀਆਂ ਚਾਹੀਦੀਆਂ। ਅਤੇ ਸਤਿਗੁਰੂ ਜੀ ਇੱਥੇ ਦੁਆਬੇ ਦੇ ਇਲਾਕੇ ਵਿੱਚ ਸਾਨੂੰ ਕਿਤੋਂ ਲੰਮੀ ਲੱਕੜ ਮਿਲਣ ਦੀ ਉਮੀਦ ਹੀ ਨਹੀਂ ਹੈ। ਸ਼੍ਰੀ ਸਤਿਗੁਰ ਸੁਨ ਗਿਰਾ ਉਚਾਰੀ। ਮਿਸਤਰੀਆਂ ਦੀ ਗੱਲ ਸੁਣ ਕੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬੋਲੇ, ਖੋਜੋ ਦੂਰ ਨਿਕਟ ਜਹ ਭਾਰੀ। ਕਹਿੰਦੇ ਨੇੜੇ ਦੂਰ ਭਾਈ ਖੋਜ ਕਰੋ, ਭਾਲ ਕਰੋ। ਜਿਤਕ ਮੋਲ ਕੋ ਲੇਵਹਿ ਕੋਏ। ਜਿੰਨਾ ਕੋਈ ਮੁੱਲ ਲਵੇ ਆਪਾਂ ਪੈਸੇ ਦੇ ਦਿਆਂਗੇ। ਕਿਸੇ ਕੋਲ ਵੱਡੀਆਂ ਸ਼ਤੀਰੀਆਂ ਪਈਆਂ ਹੋਣ, ਆਪਾਂ ਖਰੀਦ ਲਵਾਂਗੇ। ਦੇ ਕਰ ਅਨਹੁ ਕਾਰਜ ਹੋਏ। ਪੈਸੇ ਦੇ ਕੇ ਲੈ ਲਓ, ਆਪਣਾ ਕੰਮ 'ਚ ਹੋ ਜਾਵੇ, ਗੁਰਦੁਆਰਾ ਬਣ ਜਾਵੇ, ਸੰਗਤਾਂ ਬਹਿ ਕੇ ਕੀਰਤਨ ਸੁਣਨਗੀਆਂ, ਕਥਾ ਸੁਣਨਗੀਆਂ, ਲੰਗਰ ਛਕਣਗੀਆਂ। ਤਾਂ ਵੱਡੀਆਂ ਲੰਮੀਆਂ ਸ਼ਤੀਰੀਆਂ ਚਾਹੀਦੀਆਂ ਨੇ, ਉਹ ਤੁਸੀਂ ਕਿਤੋਂ ਪਰ ਲੱਕੜ ਦੀਆਂ ਲੰਮੀਆਂ ਸ਼ਤੀਰੀਆਂ ਦਾ ਬੰਦੋਬਸਤ ਕਰ ਲਓ
ਪਤਾ ਕਰ ਲਓ, ਅਸੀਂ ਪੈਸੇ ਦੇ ਦਿਆਂਗੇ। ਦਾਰ ਦਰਾਜ ਲਗੇ ਘਰ ਬਨੇ। ਵੱਡੀ ਲੰਮੀ ਲੱਕੜੀ ਚਾਹੀਦੀ, ਲੰਮਾ ਸ਼ਤੀਰ ਚਾਹੀਦਾ ਹੈ ਔਰ ਮਜ਼ਬੂਤ ਵੀ ਚਾਹੀਦਾ। ਸ਼ਤੀਰੀ ਦੀ ਜਿਹੜੀ ਲੱਕੜ ਹੁੰਦੀ ਹੈ ਉਹ ਲੰਮੀ ਵੀ ਚਾਹੀਦੀ ਹੈ ਅਤੇ ਮਜ਼ਬੂਤ ਵੀ ਚਾਹੀਦੀ ਹੈ, ਕਿਉਂਕਿ ਲੰਮਾ ਸਮਾਂ ਉਹ ਤਾਂ ਰਹਿਣੀ ਹੈ। 100 ਸਾਲ ਰਵੇ, 200 ਸਾਲ। ਪੁਰਾਣੇ ਮਕਾਨ ਕਈ ਵਾਰੀ 200 ਸਾਲ 300 ਸਾਲ ਛੱਤਾਂ ਦੇ ਵਿੱਚ ਲੱਕੜ ਪਈ ਰਹਿੰਦੀ ਸੀ। ਟਾਹਲੀ ਦੀ ਲੱਕੜ ਖਾਸ ਕਰਕੇ ਵਧੀਆ ਮੰਨੀ ਜਾਂਦੀ ਹੈ, ਕਿੱਕਰ ਦੀ ਲੱਕੜ ਵਧੀਆ ਮੰਨੀ ਜਾਂਦੀ ਹੈ। ਇੱਦਾਂ ਦੀਆਂ ਲੱਕੜਾਂ ਪਰ ਲੰਮੀਆਂ ਨਹੀਂ ਹੁੰਦੀਆਂ। ਟਾਹਲੀ ਦੀ ਪੋਰੀ ਵੀ ਜਿਹੜੀ ਹੈ ਨਾ ਉਹ ਵੱਧ ਤੋਂ ਵੱਧ 10-15 ਫੁੱਟ 12 ਫੁੱਟ ਤੱਕ ਚਲੀ ਜਾਏਗੀ, ਤੇ ਲੰਮੀ ਪੋਰੀ ਚਾਹੀਦੀ ਹੈ। ਕੋਈ ਪਤਾ ਕਰੋ। ਤਥਾ ਬਨਾਵਹੁ ਦੇ ਧਨ ਕਨੇ। ਗੁਰੂ ਅਰਜਨ ਦੇਵ ਜੀ ਕਹਿੰਦੇ ਪੈਸਾ ਜਿੰਨਾ ਵੀ ਗੁਰੂ ਕੇ ਖਜ਼ਾਨੇ 'ਚ ਅਸੀਂ ਦਿਆਂਗੇ, ਤੁਸੀਂ ਭਾਈ ਜਾਣਕਾਰ ਹੋ, ਮਿਸਤਰੀ ਲੋਕ ਹੋ, ਤੁਹਾਨੂੰ ਪਤਾ ਹੋਣਾ ਵੀ ਕਿੱਥੋਂ ਲੰਮੀਆਂ ਸ਼ਤੀਰੀਆਂ ਮਿਲ ਸਕਦੀਆਂ ਹਨ। ਸੁਨ ਆਇਸ ਕੋ ਸਕਲ ਮਸੰਦ। ਮਹਾਰਾਜ ਦੀ ਆਗਿਆ ਸੁਣ ਕੇ ਜਿੰਨੇ ਵੀ ਮਸੰਦ ਸਨ, ਗੁਰੂ ਘਰ ਦੇ ਜ਼ਿੰਮੇਵਾਰ ਸਨ, ਉਹ ਵਿਚਾਰੇ ਦੌੜ ਭੱਜ ਕਰਨ ਲੱਗ ਪਏ। ਕੋਈ ਜਲੰਧਰ ਤੋਂ, ਕੋਈ ਹੁਸ਼ਿਆਰਪੁਰ ਤੋਂ, ਕੋਈ ਨੇੜੇ ਤੇੜੇ ਹੋਰ ਪਿੰਡਾਂ ਤੋਂ ਪਤਾ ਕੀਤਾ ਵੀ ਕਿਤੋਂ ਪਤਾ ਲੱਗ ਜੇ ਵੱਡੀ ਲੱਕੜ ਲੰਮੀ ਸ਼ਤੀਰੀਆਂ ਮਿਲ ਜਾਣ। ਜਿਤ ਕਿਤ ਖੋਜਤ ਪਠ ਨਰ ਬ੍ਰਿੰਦ। ਜਿੱਥੇ ਕਿਤੇ ਬੰਦੇ ਭੇਜ ਦਿੱਤੇ, ਲੱਭਣ ਲੱਗ ਪਏ। ਜਿਸ ਥਲ ਕਾਸ਼ਟ ਹੋਏ ਵਿਸਾਲ। ਜਿੱਥੇ ਬਹੁਤ ਲੱਕੜ ਹੁੰਦੀ ਹੈ ਸੁਧ ਕੋ ਦੇਹੋ ਲਿਆਏ ਤਤਕਾਲ। ਉੱਥੇ ਬੰਦੇ ਭੇਜੇ ਵੀ ਖਬਰ ਲੈ ਕੇ ਆਓ ਵੀ ਲੰਮੀਆਂ ਲੱਕੜਾਂ ਸ਼ਤੀਰੀਆਂ ਸਾਨੂੰ ਮਿਲ ਜਾਣਗੀਆਂ। ਕਰਤਾਰਪੁਰ ਸਾਹਿਬ ਗੁਰਦੁਆਰਾ ਬਣਾਉਣਾ ਹੈ, ਲੰਗਰ ਹਾਲ ਵੀ ਬਣਾਉਣਾ ਹੈ। ਦਰਬ ਜਿਤਕ ਲੈ ਸੋ ਤਿਹ ਦੈ ਹੈ। ਜਿੰਨਾ ਕੋਈ ਪੈਸਾ ਮੰਗੇਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਅਸੀਂ ਦਿਆਂਗੇ। ਗੁਰੂ ਹੁਕਮ ਕਰ ਦੀਹ ਬਣੈ ਹੈ। ਗੁਰੂ ਗੁਰੂ ਸਾਹਿਬ ਦਾ ਹੁਕਮ ਹੈ ਵੀ ਵੱਡੀ ਤੋਂ ਵੱਡੀ ਲੱਕੜੀ ਚਾਹੀਦੀ ਹੈ ਤਾਂ ਕਿ ਗੁਰਦੁਆਰਾ ਵੱਡੇ ਤੋਂ ਵੱਡਾ ਬਣ ਸਕੇ। ਸ਼ਤੀਰ ਵੱਡੇ ਤੋਂ ਵੱਡਾ ਚਾਹੀਦਾ ਹੈ। ਦੋਹਰਾ ਜਿਤ ਕਿਤ ਨਰ ਖੋਜਨ ਲਗੇ। ਤੋ ਥਾਂ ਥਾਂ ਤੇ ਉਸ ਲੱਕੜ ਦੀ ਖੋਜ ਸ਼ੁਰੂ ਹੋ ਗਈ। ਜਿਤਕ ਤਾਰ ਵੱਡ ਚਾਹੇ। ਤੇ ਜਿੰਨੀ ਲੱਕੜੀ ਚਾਹੀਦੀ ਹੈ ਉਹਦੀ ਭਾਲ ਕਰ ਰਹੇ ਨੇ। ਕਰੀ ਬਿਲੋਕਨ ਗ੍ਰਾਮ ਬਹੁ। ਬੜੇ ਪਿੰਡਾਂ 'ਚ ਭਾਲ ਕੀਤੀ, ਕਤਹੂ ਪ੍ਰਾਪਤ ਨਾਹੇ। ਕਿਤੋਂ ਵੀ ਇਹੋ ਜਿਹੀ ਲੱਕੜ ਮਿਲਦੀ ਨਹੀਂ। ਤਾਂ ਸਾਧ ਸੰਗਤ ਜੀ, ਇੱਕ ਟਾਹਲੀ ਦਾ ਬੂਟਾ ਲੱਗਾ ਸੀ ਬਹੁਤ ਪੁਰਾਣਾ, ਉਹ ਨੇੜੇ ਸੀਗਾ, ਪਰ ਉਹਦੇ ਬਾਰੇ ਲੋਕਾਂ ਵਿੱਚ ਵਹਿਮ ਸੀ। ਉਹਨੂੰ ਮੰਨਤਾ ਸੀ ਵੀ ਇਹਦੇ 'ਚ ਕੋਈ ਭੂਤ ਰਹਿੰਦਾ, ਇਹਦੇ 'ਚ ਕੋਈ ਆਤਮਾ ਰਹਿੰਦੀ ਹੈ, ਤੇ ਕੋਈ ਉਹਨੂੰ ਡਰਦਾ ਮਾਰਾ ਦਾ ਪੱਤਾ ਵੀ ਨਹੀਂ ਸੀ ਤੋੜਦੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਾ ਕੇ ਉਹ ਟਾਹਲੀ ਪਟਵਾਈ, ਉਹਦੀ ਆਤਮਾ ਦਾ ਕਲਿਆਣ ਕੀਤਾ, ਤੇ ਸੱਚੇ ਪਾਤਸ਼ਾਹ ਜੀ ਨੇ ਲਿਆ ਕੇ ਉਹ ਜਿਹੜਾ ਥੰਮ ਸੀਗਾ ਉਹ ਟਾਹਲੀ ਦਾ ਬਣਾਇਆ, ਤੇ ਗੁਰਦੁਆਰਾ ਥੰਮ ਸਾਹਿਬ ਕਰਤਾਰਪੁਰ ਸਾਹਿਬ ਜਿਹੜਾ ਉਸ ਥੰਮ ਤੋਂ ਟਾਹਲੀ ਤੋਂ ਬਣਿਆ ਸੀ। ਉਹ ਕਥਾ ਕੱਲ੍ਹ ਨੂੰ ਆਪਾਂ ਸਰਵਣ ਕਰਾਂਗੇ, ਹੁਣ ਟਾਈਮ ਨਹੀਂ ਹੈ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸੋ ਇੱਥੇ ਹੀ ਦਾਸ ਆਪਣੇ ਵਿਚਾਰਾਂ ਨੂੰ ਵਿਰਾਮ ਦਿੰਦਾ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ।